ਸਾਹਿਬ ਜੀਓ। ਜੈਤਸਰੀ ਮਹਿਲਾ ਪੰਜਵਾਂ ਵਾਰ ਸ਼ਲੋਕਾ ਨਾਲ। ਇਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ। ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰ। ਸਿਮਰੰਤ ਸੰਤ ਸਰਬਤਰ ਰਮਨੰ ਨਾਨਕ ਅਗਨਾਸ਼ਨ ਜਗਦੀਸ਼ੁਰੈ। ਸਿਮਰੰਤ ਸੰਤ ਸਰਬਤਰ ਰਮਨੰ ਨਾਨਕ ਅਗਨਾਸ਼ਨ ਜਗਦੀਸ਼ੁਰੈ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗ ਹੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਦੇ ਅੰਦਰੋਂ ਬੜੇ ਪਿਆਰ ਬੜੀ ਭਾਵਨਾ ਨਾਲ ਸਾਹਿਬਾਂ ਦੀ ਪਾਵਨ ਬਾਣੀ ਦੇ ਕੀਰਤਨ ਆਪ ਜੀ ਸਰਵਣ ਕਰ ਰਹੇ ਸੋ। ਆਓ ਸਾਧ ਸੰਗਤ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਸਤਿਗੁਰਾਂ ਦੀ ਰਚਨਾ ਤੋਂ ਉਚਾਰਨ ਕੀਤੀ ਹੋਈ ਜੈਤਸਰੀ ਕੀ ਵਾਰ, ਜਿਸ ਪਾਵਨ ਬਾਣੀ ਦੀ ਵਿਚਾਰ ਆਪਾਂ ਅੱਜ ਤੋਂ ਆਰੰਭ ਕਰਨ ਜਾ ਰਹੇ ਹਾਂ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਸਾਧ ਸੰਗਤ 22 ਵਾਰਾਂ ਨੇ। 22 ਵਾਰਾਂ ਦੇ ਅੰਦਰ ਜਿਹੜਾ ਸਿਰਲੇਖ ਹੈ ਉਹ ਉੱਪਰ ਜਿਸ ਗੁਰੂ ਦੀਆਂ ਵਾਰਾਂ ਉਚਾਰਨ ਕੀਤੀਆਂ ਨੇ ਉਸ ਗੁਰੂ ਦਾ ਸਿਰਲੇਖ ਆਏਗਾ ਵੀ ਇਹ ਕਿਹੜੇ ਗੁਰੂ ਦੀ ਪਾਵਨ ਬਾਣੀ ਵਾਰਾਂ ਉਚਾਰਨ ਕੀਤੀਆਂ ਨੇ। ਜਿਵੇਂ ਇੱਥੇ ਸਿਰਲੇਖ ਹੈ ਜੈਤਸਰੀ ਮਹਿਲਾ ਪੰਜਵਾਂ ਵਾਰ ਸ਼ਲੋਕਾ ਨਾਲ। ਇਹਦਾ ਮਤਲਬ ਹੈ ਇਹ ਵਾਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਰਚਨਾ ਤੋਂ ਉਚਾਰਨ ਕੀਤੀ ਹੈ। ਤੇ ਸਾਧ ਸੰਗਤ ਜਿਹੜੀਆਂ ਵਾਰਾਂ ਨੇ ਇਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਰਪਾ ਕਰ ਜਦੋਂ ਅੰਮ੍ਰਿਤ ਬਾਣੀ ਨੂੰ ਸੰਕਲਿਤ ਕੀਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੰਪਾਦਨਾ ਕੀਤੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ। ਪੰਜਵੇਂ ਜਾਮੇ ਦੇ ਅੰਦਰ ਉਸ ਵੇਲੇ ਸਤਿਗੁਰ ਨੇ ਇਹਨਾਂ ਵਾਰਾਂ ਨੂੰ ਇਹ ਤਰਤੀਬ ਦਿੱਤੀ। ਅਕਸਰ ਜਿਹੜੀਆਂ ਵਾਰਾਂ ਹੁੰਦੀਆਂ ਨੇ ਸਾਧ ਸੰਗਤ ਤੋਂ ਪੌੜੀਆਂ ਦੇ ਰੂਪ ਵਿੱਚ ਉਚਾਰਨ ਕੀਤੀਆਂ ਹੁੰਦੀਆਂ ਨੇ, ਪਰ ਸਤਿਗੁਰਾਂ ਨੇ ਕਿਰਪਾ ਕਰਕੇ ਉਹਨਾਂ ਪੌੜੀਆਂ ਦੇ ਨਾਲ ਜਿਹੜੇ ਢੁਕਦੇ ਹੋਏ ਸ਼ਲੋਕ ਸਨ, ਉਹ ਸ਼ਲੋਕ ਭਾਵਾਂ ਧੰਨ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਗੁਰੂ ਅਮਰਦਾਸ, ਗੁਰੂ ਰਾਮਦਾਸ ਜਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਆਪਣੇ ਸ਼ਲੋਕ ਸਨ। ਸਤਿਗੁਰਾਂ ਨੇ ਉਸ ਸ਼ਲੋਕ ਨਾਲ ਐਡ ਕੀਤੇ ਜਿਹੜੇ ਨਾਲ ਢੁਕਦੇ ਹੋਏ ਸਨ। ਪਰ ਇਹਨਾਂ ਵਾਰਾਂ ਦੇ ਅੰਦਰੋਂ ਜੈਤਸਰੀ ਕੀ ਵਾਰ ਇੱਕ ਐਸੀ ਵਾਰ ਹੈ ਸਾਧ ਸੰਗਤ ਜਿੰਦੇ ਅੰਦਰ ਸ਼ਲੋਕ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਨੇ, ਔਰ ਇਹ ਵਾਰ ਦੇ ਅੰਦਰ ਪੌੜੀਆਂ ਵੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀਆਂ ਹੀ ਉਚਾਰਨ ਕੀਤੀਆਂ ਨੇ। ਆਓ ਆਪਾਂ ਜ਼ਿਆਦਾ ਸਮਾਂ ਨਾ ਲੈਂਦੇ ਹੋਈਏ ਇਹਨਾਂ ਅੰਮ੍ਰਿਤ ਬਚਨਾਂ ਨੂੰ ਅੱਜ ਪਹਿਲੀ ਪੌੜੀ ਨੂੰ ਆਪਾਂ ਗੁਰੂ ਦੀ ਕਿਰਪਾ ਨਾਲ ਵਿਚਾਰਨ ਦਾ ਯਤਨ ਕਰਨਾ ਹੈ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਇਸ ਪਾਵਨ ਪੌੜੀ ਦੇ ਅੰਦਰ ਦੋ ਸ਼ਲੋਕ ਸਤਿਗੁਰੂ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ। ਹਾਲਾਂਕਿ ਸਿਰਲੇਖ ਇੱਕੋ ਵਾਰ ਆਇਆ ਸ਼ਲੋਕ, ਅਮੂਮਨ ਵਾਰਾਂ ਦੇ ਅੰਦਰ ਜਿਸ ਗੁਰੂ ਸਾਹਿਬਾਨ ਦੇ ਉਚਾਰਨ ਕੀਤੇ ਹੋਏ ਸ਼ਲੋਕ ਹੋਣਗੇ ਉਹਨਾਂ ਦੇ ਅੱਗੇ ਸ਼ਲੋਕ ਮਹਿਲਾ ਪਹਿਲਾ, ਮਹਿਲਾ ਦੂਜਾ, ਮਹਿਲਾ ਤੀਜਾ, ਮਹਿਲਾ ਚੌਥਾ ਜਾਂ ਪੰਜਵਾਂ ਹੋਏਗਾ। ਪਰ ਕਿਉਂਕਿ ਆਪਾਂ ਪਹਿਲੋਂ ਵੀ ਬੇਨਤੀ ਕੀਤੀ ਹੈ ਸਾਧ ਸੰਗਤ, ਇਹ ਵਾਰ ਜਿਹੜੀ ਹੈ ਇਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ, ਔਰ ਇਹਦੇ ਅੰਦਰ ਸ਼ਲੋਕ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਹੀ ਉਚਾਰਨ ਕੀਤੇ ਹੋਏ ਹਨ। ਇਸ ਪਾਵਨ ਵਾਰ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮੈਂ ਇੱਕ ਹੋਰ ਬੇਨਤੀ ਆਪ ਸੰਗਤ ਦੇ ਚਰਨਾਂ ਵਿੱਚ ਕਰਦੇ ਹਾਂ।
कि ਇਹ ਜਿਹੜਾ ਸ਼ਲੋਕ ਹੈ ਇਸ ਵਾਰ ਦਾ ਪਹਿਲਾ ਸ਼ਲੋਕ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ 705 ਅੰਗ ਤੇ ਇਸ ਸ਼ਲੋਕ ਜਦੋਂ ਪੜ੍ਹਿਆ ਜਾਂਦਾ ਹੈ ਸਾਧ ਸੰਗਤ ਇਸ ਬਾਰੇ ਵੀ ਸਾਡੇ ਮਨ ਵਿੱਚ ਬੜੇ ਭੁਲੇਖੇ ਨੇ। ਅਕਸਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਓਟ ਆਸਰਾ ਆਪਣੇ ਘਰਾਂ ਵਿੱਚ ਲੈਂਦੇ ਹਾਂ, ਪਾਵਨ ਸ਼੍ਰੀ ਅਖੰਡ ਪਾਠ ਸਾਹਿਬ ਆਪਣੇ ਘਰਾਂ ਵਿੱਚ ਕਰਾਉਂਦੇ ਹਾਂ, ਉਸ ਵਕਤ ਸਾਧ ਸੰਗਤ ਜੀ ਇਹ ਸ਼ਲੋਕ ਤੇ ਅਸੀਂ ਮੱਧ ਕਰਦੇ ਹਾਂ। ਜਦੋਂ ਅੱਜ ਪਾਠ ਰੱਖਿਆ ਮੰਨ ਲਓ ਔਰ ਅਗਲੇ ਦਿਨ ਜਦੋਂ ਮੱਧ ਦੀ ਅਰਦਾਸ ਹੁੰਦੀ ਹੈ ਤੇ ਅਸੀਂ ਇਸ ਸ਼ਲੋਕ ਤੇ ਆ ਕੇ ਮੱਧ ਦੀ ਅਰਦਾਸ ਕਰਨੇ ਆ। ਉਹਦਾ ਇੱਕ ਕਾਰਨ ਹੈ ਸਾਧ ਸੰਗਤ, ਉਹ ਕਾਰਨ ਇਹ ਹੈ ਕਿ ਸ਼ਬਦ ਦੇ ਅੰਦਰ ਜਿਹੜੀ ਪਹਿਲਾ ਸ਼ਲੋਕ ਹੈ ਉਹਦੇ ਅੰਦਰ ਸ਼ਬਦ ਹੈ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਉਹ ਮੱਧ ਸ਼ਬਦ ਆਣ ਕਰਕੇ ਸਾਡੇ ਮਨਾਂ ਦੇ ਵਿੱਚ ਇੱਕ ਭੁਲੇਖਾ ਬਣ ਗਿਆ ਵੀ ਸ਼ਾਇਦ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੱਧ ਹੈ। ਵੈਸੇ ਸਾਧ ਸੰਗਤ ਜੀ ਮੈਂ ਇਸ ਪ੍ਰਥਾਇਕ ਵੀਡੀਓ ਵੀ ਆਪ ਸੰਗਤਾਂ ਦੇ ਚਰਨਾਂ ਵਿੱਚ ਸਿਰਫ ਇਸ ਗੱਲ ਦੇ ਉੱਪਰ ਕਿ ਮੱਧ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਦਰ ਜ਼ਰੂਰੀ ਹੈ ਕਿ ਨਹੀਂ ਹੈ, ਤੁਸੀਂ ਮੇਰੇ ਲਿੰਕ ਵਿੱਚ ਜਾ ਕੇ ਇਸ ਵਿਚਾਰ ਨੂੰ ਜ਼ਰੂਰ ਸਰਵਣ ਕਰ ਸਕਦੇ ਹੋ ਕਿ ਇਸ ਪ੍ਰਥਾਏ ਕਿ ਸਾਨੂੰ ਸੱਚ ਵਿੱਚ ਕਿੰਨੇ ਕੁ ਸਾਡੇ ਅੰਦਰ ਜਾਗਰੂਕਤਾ ਹੈ। ਪਰ ਮੈਂ ਜਿਹੜੀ ਬੇਨਤੀ ਕਰਨਾ ਚਾਹਨਾ ਤਾਂ ਕਿ ਸਾਡੇ ਮਨਾਂ ਦੇ ਭੁਲੇਖੇ ਦੂਰ ਹੋ ਜਾਣ ਸਾਧ ਸੰਗਤ, ਅਕਸਰ ਇਸ ਸ਼ਲੋਕ ਤੇ ਮੱਧ ਦੀ ਅਰਦਾਸ ਕੀਤੀ ਜਾਂਦੀ ਔਰ ਇਹ ਕਿਹਾ ਜਾਂਦਾ ਇੱਥੇ ਮੱਧ ਹੈ, ਔਰ ਇਹਨੂੰ ਇਹ ਕਹਿ ਸਕਨੇ ਆ ਵੀ ਸਾਡੇ ਅੰਦਰ ਦੀ ਅਗਿਆਨਤਾ ਹੈ ਕਿਉਂਕਿ ਅਸੀਂ ਬਾਣੀ ਨੂੰ ਸਮਝਿਆ ਨਹੀਂ, ਪੜ੍ਹਿਆ ਬਹੁਤ ਹੈ, ਅਸੀਂ ਬਾਣੀ ਨੂੰ ਪੜ੍ਹਾਇਆ ਬਹੁਤ ਹੈ ਪਾਠੀ ਸਿੰਘਾਂ ਪਾਸੋਂ, ਪਰ ਅਸੀਂ ਸਮਝਿਆ ਨਹੀਂ ਬਾਣੀ ਨੂੰ। ਇੱਥੇ ਸਿਰਫ ਵਾਹਿਗੁਰੂ ਸਿੱਖ ਪਰਮਾਤਮਾ ਅਕਾਲ ਪੁਰਖ ਹਸਤੀ ਦਾ ਜ਼ਿਕਰ ਕੀਤਾ ਹੈ। ਜਿਹੜੇ ਬਚਨ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਰੰਭਕ ਸ਼ਲੋਕ ਵਿੱਚ ਕਹੇ ਨੇ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਬਿਲਕੁਲ ਇਨ ਬਿਨ ਸ਼ਬਦ ਇਹ ਹੈ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਪਰ ਇਹ ਸਾਡੀ ਅਗਿਆਨਤਾ ਹੈ, ਸਾਡੇ ਭੁਲੇਖੇ ਨੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਰੱਖੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਮੱਧ ਇੱਥੇ ਕਰਨੇ ਆ। ਵੈਸੇ ਸਾਧ ਸੰਗਤ ਅਖੰਡ ਦਾ ਮਤਲਬ ਹੁੰਦਾ ਹੈ ਜਿੰਦੇ ਟੁਕੜੇ ਨਾ ਹੋਣ। ਅਖੰਡ ਦਾ ਮਤਲਬ ਹੈ ਜੋ ਨਿਰੰਤਰ ਆਰੰਭ ਹੋਇਆ ਤੇ ਜਿਸ ਦਿਨ ਸੰਪੂਰਨਤਾ ਹੋਣੀ ਹੈ ਉਸ ਦਿਨ ਹੀ ਗੁਰੂ ਚਰਨਾਂ ਵਿੱਚ ਅਰਦਾਸ ਹੋਏਗੀ। ਹਾਂ, ਜੇ ਅਸੀਂ ਸੰਗਤ ਦੇ ਲਈ ਆਵਾਜਾਈ ਸੰਗਤ ਦੀ ਉਹਦੇ ਲਈ ਪ੍ਰਸ਼ਾਦ ਦਾ ਬੰਦੋਬਸਤ ਕਰਨਾ ਹੈ, ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਗੁਰੂ ਚਰਨਾਂ 'ਚ ਅਰਦਾਸ ਕੀਤੀ ਜਾ ਸਕਦੀ ਹੈ, ਉਹ ਸਾਨੂੰ ਕੋਈ ਭੁਲੇਖਾ ਨਹੀਂ ਰੱਖਣਾ ਚਾਹੀਦਾ। ਪਰ ਇਸ ਕਹਿਣਾ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੱਧ ਹੈ, ਮੱਧ ਦਾ ਮਤਲਬ ਹੁੰਦਾ ਹੈ ਵਿੱਚ, ਤੇ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਕ ਨੇ ਤੇ ਜੇ ਮੱਧ ਦੀ ਗੱਲ ਕਰਾਂਗੇ ਤੇ ਸਾਧ ਸੰਗਤ ਮੱਧ ਬਣੇਗਾ 715 ਤੇ। ਖੈਰ ਆਓ ਇਸ ਪਾਵਨ ਸ਼ਲੋਕ ਦੀ ਵਿਚਾਰ ਵੱਲ ਆਪਾਂ ਇਹ ਸਭ ਕਹਿੰਦੇ ਨੇ ਆਦ ਪੂਰਨ ਮੱਧ ਪੂਰਨ, ਪਾਤਸ਼ਾਹ ਕਹਿੰਦੇ ਨੇ ਉਹ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਉਹ ਸ੍ਰਿਸ਼ਟੀ ਦੇ ਮੁੱਢ ਤੋਂ ਲੈ ਕੇ ਹਾਜ਼ਰ ਨਾਜ਼ਰ ਹੈ, ਸਰਬ ਵਿਆਪਕ ਹੈ। ਜਿਸ ਵੇਲੇ ਮਾਲਕ ਨੇ ਆ ਸ੍ਰਿਸ਼ਟੀ ਨੂੰ ਸਾਜਿਆ, ਜਿਹਨੂੰ ਭਗਤ ਨਾਮਦੇਵ ਜੀ ਆਪਣੀ ਪਾਵਨ ਰਸਨਾ ਤੋਂ ਕਹਿੰਦੇ ਨੇ, ਪਹਿਲ ਪੁਰੀਏ ਪੁੰਡਰਕ ਵਨਾ ਤਾਂ ਜੇ ਹੰਸਾ ਸਗਲੇ ਜਨ। ਪਹਿਲਾਂ ਪਰਮਾਤਮਾ ਨੇ ਇਸ ਸੰਸਾਰ ਰੂਪੀ ਪੁੜੀ ਨੂੰ ਉਹਨਾਂ ਨੇ ਪਹਿਲ ਪੁਰੀਏ ਦਾ ਮਤਲਬ ਹੈ ਪੁੜੀ, ਪਹਿਲ ਦਾ ਮਤਲਬ ਹੈ ਪਹਿਲਾਂ। ਸਭ ਤੋਂ ਪਹਿਲਾਂ ਉਸ ਪਰਮਾਤਮਾ ਨੇ ਸ੍ਰਿਸ਼ਟੀ ਰੂਪੀ ਇਸ ਪੁੜੀ ਨੂੰ ਸਾਜਿਆ। ਇਹਦੇ ਅੰਦਰ ਫਿਰ ਪਰਮਾਤਮਾ ਨੇ ਹੰਸ ਰੂਪੀ ਜੀਵ ਪੈਦਾ ਕੀਤੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹੀ ਬੇਨਤੀ ਕਰਦੇ ਨੇ, ਸਤਿਗੁਰ ਕਹਿੰਦੇ ਨੇ ਆਦ ਪੂਰਨ ਉਹ ਕਰਤਾ ਸ੍ਰਿਸ਼ਟੀ ਦੇ ਮੁੱਢ ਤੋਂ ਲੈ ਕੇ ਹਾਜ਼ਰ ਨਾਜ਼ਰ ਹੈ, ਸਰਬ ਵਿਆਪਕ ਹੈ। ਮੱਧ ਪੂਰਨ, ਮੱਧ ਦਾ ਮਤਲਬ ਹੈ ਇਸ ਸਮੇਂ ਦੇ ਅੰਦਰ ਵੀ ਜਿਸ ਸਮੇਂ ਅਸੀਂ ਜੀ ਰਹੇ ਹਾਂ। ਹਾਲਾਂਕਿ ਮੱਧ ਤਾਂ ਕਿਸੇ ਚੀਜ਼ ਦਾ ਨਿਸ਼ਚਿਤ ਕੀਤਾ ਜਾ ਸਕਦਾ ਜੇ ਉਹਦਾ ਅੰਤ ਪਤਾ ਹੋਵੇ ਜਾਂ ਜੇ ਉਹਦਾ ਮੁੱਢ ਪਤਾ ਹੋਵੇ। ਖਿਆਲ ਕਰਿਓ ਪ੍ਰਮਾਤਮਾ ਨੇ ਸ੍ਰਿਸ਼ਟੀ ਕਿਦੋਂ ਸਾਜੀ, ਉਹਦਾ ਸਾਨੂੰ ਆਰੰਭਕ ਸਮਾਂ ਪਤਾ ਨਹੀਂ ਹੈ ਵੀ ਕਿਹੜੇ ਸਮੇਂ ਅੰਦਰ, ਕਿਹੜੀ ਈਸਵੀ ਅੰਦਰ, ਕਿਹੜੇ ਦਿਨ ਪ੍ਰਮਾਤਮਾ ਨੇ ਆ ਸ੍ਰਿਸ਼ਟੀ ਨੂੰ ਬਣਾਇਆ। ਉਦੋਂ ਦਿਨ ਸੀ, ਰਾਤ ਸੀ, ਸਰਦੀ ਸੀ, ਗਰਮੀ ਸੀ, ਉਦੋਂ ਕਿਹੜੀ ਰੁੱਤ ਸੀ, ਕਿਹੜਾ ਮਹੀਨਾ ਸੀ, ਕਿਹੜਾ ਸਾਲ ਸੀ, ਇਹ ਸਾਨੂੰ ਕਿਸੇ ਨੂੰ ਪਤਾ ਨਹੀਂ। ਤੇ ਨਾ ਹੀ ਸਾਨੂੰ ਉਸ ਸਮੇਂ ਦਾ ਪਤਾ ਹੈ ਜਦੋਂ ਪ੍ਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਸਮੋ ਲੈਣਾ। ਸਤਿਗੁਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਦਰ
ਦਾਤਾਰ ਪਿਤਾ ਕਹਿੰਦੇ ਨੇ ਦੋਵਾਂ ਚੀਜ਼ਾਂ ਪ੍ਰਮਾਤਮਾ ਦੇ ਆਪਣੇ ਹੱਥ ਵਿੱਚ ਨੇ। ਆਪੇ ਸ੍ਰਿਸ਼ਟ ਸਭ ਸਾਜੀਆਂ, ਆਪੇ ਫੁਨ ਗੋਈ, ਆਪ ਹੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਆਪ ਹੀ ਸ੍ਰਿਸ਼ਟੀ ਨੂੰ ਗਾਉਣ ਵਾਲਾ ਹੈ। ਗੋਈ ਦਾ ਮਤਲਬ ਹੁੰਦਾ ਹੈ ਗੋ ਦੇਣਾ। ਜਿਵੇਂ ਸਾਧ ਸੰਗਤ ਪੁਰਾਣੇ ਸਮੇਂ 'ਚ ਘਰਾਂ ਨੂੰ ਛੱਤ ਨੂੰ ਉੱਪਰੋਂ ਲੇਪਾ ਦੇਣ ਦੇ ਲਈ ਮਿੱਟੀ ਗੋਈ ਜਾਂਦੀ ਸੀ। ਅਡੇ ਜਿਹੜੇ ਬਣਾਉਣ ਵਾਲੇ ਘੁਮਿਆਰ ਨੇ ਉਹ ਮਿੱਟੀ ਨੂੰ ਗਾਉਂਦੇ ਨੇ ਪਾਣੀ ਦੇ ਵਿੱਚ, ਉਹਦਾ ਲੇਪ ਬਣਾਉਂਦੇ ਨੇ। ਉਸ ਮਿੱਟੀ ਗੋਈ ਹੋਈ ਨੂੰ ਤਿਆਰ ਕਰਕੇ ਫਿਰ ਉਹਦੇ ਤੋਂ ਉਹ ਘੜੇ ਹੋਰ ਆਦਿਕ ਚੀਜ਼ਾਂ ਤਿਆਰ ਕਰਦੇ ਨੇ। ਗੋਈ ਦਾ ਮਤਲਬ ਹੁੰਦਾ ਹੈ ਗੋ ਦੇਣਾ, ਖਤਮ ਕਰ ਦੇਣਾ, ਫਨਾ ਕਰ ਦੇਣਾ, ਸ੍ਰਿਸ਼ਟੀ ਦਾ ਨਾਸ਼ ਕਰ ਦੇਣਾ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਦੋਵੇਂ ਚੀਜ਼ਾਂ ਉਸ ਕਰਤੇ ਪ੍ਰਮਾਤਮਾ ਦੇ ਆਪਣੇ ਹੱਥ ਵਿੱਚ ਨੇ। ਇੱਥੇ ਪਾਤਸ਼ਾਹ ਕਹਿੰਦੇ ਨੇ ਉਹ ਸ੍ਰਿਸ਼ਟੀ ਦੇ ਮੱਧ ਵਿੱਚ ਵੀ ਹਾਜ਼ਰ ਨਾਜ਼ਰ ਹੈ, ਸਰਬ ਵਿਆਪਕ ਹੈ, ਅੰਤ ਪੂਰਨ ਪਰਮੇਸ਼ਵਰ ਹੈ। ਜਦੋਂ ਸ੍ਰਿਸ਼ਟੀ ਦਾ ਅੰਤ ਹੋਏਗਾ, ਭਾਵ ਜਦੋਂ ਇਸ ਸੰਸਾਰ ਕੁਝ ਵੀ ਨਹੀਂ ਰਹੇਗਾ, ਇਸ ਸੰਸਾਰ ਦੇ ਅੰਦਰ ਸਭ ਕੁਝ ਖਤਮ ਹੋ ਜਾਏਗਾ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਉਹ ਕਰਤਾ, ਉਹ ਮਾਲਕ, ਉਹ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਉਸ ਸ੍ਰਿਸ਼ਟੀ ਦੇ ਅੰਤ ਵਿੱਚ ਵੀ ਉਸ ਵਕਤ ਵੀ ਉਹ ਪੂਰਨ ਤੇ ਹਾਜ਼ਰ ਨਾਜ਼ਰ ਰਹੇਗਾ। ਉਸ ਵੇਲੇ ਵੀ ਸਰਵ ਵਿਆਪਕ ਹੋਏਗਾ। ਉਹਦੀ ਸਰਵ ਵਿਆਪਕਤਾ ਇਸ ਗੱਲ ਦੀ ਨੀਅਤ ਨਹੀਂ ਹੈ ਕਿ ਉਹਨੇ ਸ੍ਰਿਸ਼ਟੀ ਦਾ ਨਾਸ਼ ਕਰ ਦਿੱਤਾ ਤੇ ਆਪ ਵੀ ਖਤਮ ਹੋ ਜਾਏਗਾ, ਕਿਉਂਕਿ ਸਾਧ ਸੰਗਤ ਉਹਨੇ ਆਪਣੇ ਆਪ ਤੋਂ ਸਾਰਾ ਪਸਾਰਾ ਬਣਾਇਆ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਸ਼ਬਦ ਆ ਬਾਣੀ ਵਿੱਚੋਂ ਪੜ੍ਹਦੇ ਵੀ ਹੋ, ਅਕਸਰ ਇਹ ਪਾਵਨ ਸ਼ਬਦ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ ਜਦੋਂ ਸ੍ਰਿਸ਼ਟੀ ਦੀ ਵਿਆਪਕਤਾ ਦੀ ਗੱਲ ਆਵੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਏਂਦਾ। ਕਿ ਉਹ ਸੁਨ ਅਵਸਥਾ ਵਿੱਚ ਹੈ, ਅਫੁਰ ਅਵਸਥਾ ਵਿੱਚ ਹੈ। ਉਹਦੇ ਆਪਣੇ ਅੰਦਰ ਫੁਰਨਾ ਬਣਿਆ, ਉਹਨੇ ਸ੍ਰਿਸ਼ਟੀ ਸਾਜ ਦਿੱਤੀ। ਉਹਨੇ ਇੱਕ ਹੁਕਮ ਵਿੱਚ ਕੀਤਾ ਪਸਾਓ, ਇੱਕ ਉਹ ਕੁਆਓ। ਉਹਨੇ ਇੱਕ ਕੁਆਓ ਦੇ ਵਿੱਚ ਹੁਕਮ ਵਿੱਚ ਸਾਰੀ ਕਾਇਨਾਤ ਨੂੰ ਬੰਨ੍ਹ ਦਿੱਤਾ। ਹੁਣ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿੱਦਣ ਕੁਝ ਵੀ ਨਹੀਂ ਹੋਏਗਾ, ਉਹ ਕਰਤਾ, ਉਹ ਮਾਲਕ ਪਰਿਪੂਰਨ ਪਰਮਾਤਮਾ ਪਰਮੇਸ਼ਰ ਉਸ ਦਿਨ ਵੀ ਹਾਜ਼ਰ ਨਾਜ਼ਰ ਤੇ ਸਰਬ ਵਿਆਪਕ ਹੋਏਗਾ, ਕਿਉਂਕਿ ਉਹਦੇ ਤੇ ਸਮੇਂ ਦਾ ਪ੍ਰਭਾਵ ਨਹੀਂ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਬਾਣੀ ਦੀ ਆਰੰਭਤਾ ਕੀਤੀ ਤੇ ਮੂਲ ਮੰਤਰ ਦੇ ਅੰਦਰ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਕਿ ਉਸ ਕਰਤੇ ਦਾ ਜਿਹੜਾ ਸਵਰੂਪ ਹੈ ਉਹਦੇ ਅੰਦਰ ਪਾਤਸ਼ਾਹ ਕਹਿੰਦੇ ਨੇ ਉਹ ਅਜੂਨੀ ਹੈ। ਪਾਤਸ਼ਾਹ ਜੀ ਕਹਿੰਦੇ ਨੇ ਉਹ ਪਰਿਪੂਰਨ ਪਰਮਾਤਮਾ ਜੂਨਾ ਵਿੱਚ ਨਹੀਂ। ਫਿਰ ਦਾਤਾਰ ਪਿਤਾ ਜੀ ਕਹਿੰਦੇ ਨੇ ਇੰਨਾ ਹੀ ਨਹੀਂ, ਅਕਾਲ ਮੂਰਤ, ਉਹਦੀ ਮੂਰਤ ਸਮੇਂ ਦੀ ਪਕੜ ਤੋਂ ਬਾਹਰ ਹੈ। ਇਸ ਸ੍ਰਿਸ਼ਟੀ ਅੰਦਰ ਰੱਬ ਜੀ ਨੇ ਜੋ ਕੁਝ ਬਣਾਇਆ ਹੈ ਸਭ ਸਮੇਂ ਦੇ ਅਧੀਨ ਹੈ। ਚੀਜ਼ ਬਣਦੀ ਹੈ, ਸਮੇਂ ਦੇ ਮੁਤਾਬਕ ਬਿਨਸਦੀ ਹੈ। ਹਰ ਚੀਜ਼ ਜੋ ਮਾਲਕ ਨੇ ਸਾਜੀ ਹੈ, ਪਰ ਪਾਤਸ਼ਾਹ ਕਹਿੰਦੇ ਨੇ ਉਹਦੀ ਮੂਰਤ ਸਮੇਂ ਦੀ ਪਕੜ ਤੋਂ ਰਹਿਤ ਹੈ, ਉਹ ਸਮੇਂ ਦੇ ਅਧੀਨ ਨਹੀਂ ਹੈ। ਕਿਉਂਕਿ ਉਹ ਅਜੂਨੀ ਹੈ, ਉਹ ਜੂਨਾ ਵਿੱਚ ਨਹੀਂ ਆਉਂਦਾ। ਉਹ ਮੇਰੇ ਤੁਹਾਡੇ ਸਾਰੀ ਸ੍ਰਿਸ਼ਟੀ ਕਾਇਨਾਤ ਦੇ ਅੰਦਰ ਹੁਕਮ ਰੂਪ ਵਿੱਚ ਸਮਾਇਆ ਹੋਇਆ ਹੈ। ਉਹਨੂੰ ਅਸੀਂ ਆਤਮਾ ਵੀ ਕਹਿੰਦੇ ਹਾਂ, ਉਹਨੂੰ ਅਸੀਂ ਜੋਤ ਵੀ ਕਹਿੰਦੇ ਹਾਂ। ਉਹਨੂੰ ਵੱਖ-ਵੱਖ ਧਰਮਾਂ ਦੇ ਅੰਦਰ ਵੱਖ-ਵੱਖ ਨਾਮ ਦੇ ਕੇ ਪੁਕਾਰਿਆ ਜਾਂਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਅੰਤ ਪੂਰਨ ਪਰਮੇਸ਼ਵਰ ਹੈ, ਸਿਮਰੰਤ ਸੰਤ ਸਰਬਤਰ ਰਮਨੰ, ਨਾਨਕ ਅਗਨਾਸ਼ਨ ਜਗਦੀਸ਼ੁਰ ਹੈ। हे ਨਾਨਕ ਜੀ, ਉਹ ਜਿਹੜੇ ਸੇਵਕ ਨੇ ਰੱਬ ਦੇ ਪਿਆਰੇ, ਜਿਨ੍ਹਾਂ ਦਾ ਭਰੋਸਾ ਕਰਤੇ ਤੇ ਬਣ ਜਾਏ, ਜਿਨ੍ਹਾਂ ਦਾ ਭਰੋਸਾ ਪ੍ਰਮਾਤਮਾ ਤੇ ਬਣ ਜਾਏ। ਖਿਆਲ ਕਰਿਓ, ਭਰੋਸਾ ਬਣਾਉਣਾ ਬੜਾ ਔਖਾ ਹੈ। ਬੜੀ ਪਿਆਰੀ ਵਿਚਾਰ ਕਿਸੇ ਸੱਜਣ ਨੇ ਦਿੱਤੀ। ਉਹ ਕਹਿੰਦੇ ਨੇ ਕਿਸੇ ਜਗ੍ਹਾ ਦੇ ਉੱਪਰ ਕੋਈ ਵਿਚਾਰ ਚਰਚਾ ਚੱਲ ਰਹੀ ਸੀ ਤੇ ਉਸ ਵਿਚਾਰ ਚਰਚਾ ਦੇ ਅੰਦਰ ਇੱਕ ਇਨਸਾਨ ਜਿਹਨੇ 2 ਦਿਨ ਲੈਕਚਰ ਕਰਨਾ ਸੀ, ਪਹਿਲੇ ਦਿਨ ਉਹਨੇ ਬੋਲਣਾ ਸੀ ਪ੍ਰਮਾਤਮਾ ਦੀ ਹੋਂਦ ਹੈ, ਉਹ ਵਿਦਵਾਨ ਬੜਾ ਸੀ, ਤੇ ਦੂਜੇ ਦਿਨ ਉਹਨੇ ਬੋਲਣਾ ਸੀ ਵੀ ਪ੍ਰਮਾਤਮਾ ਨਹੀਂ ਹੈ। ਹੁਣ ਉਹਨੇ 2 ਦਿਨ ਇਸ ਗੱਲ ਤੇ ਵਿਚਾਰ ਕਰਨੀ ਸੀ। ਪਹਿਲੇ ਦਿਨ ਜਦੋਂ ਉਹ ਬੋਲਿਆ, ਉਹਨੇ ਇੰਨੀਆਂ ਦਲੀਲਾਂ ਦਿੱਤੀਆਂ, ਇਤਨੀਆਂ ਦਲੀਲਾਂ ਦਿੱਤੀਆਂ ਵੀ ਜਿਤਨੇ ਲੋਕ ਸਨ ਉਹ ਸਾਰੇ ਮੰਨ ਗਏ ਵੀ ਪ੍ਰਮਾਤਮਾ ਹੈ। ਕਿਸੇ ਕੋਲੋਂ ਦੀਆਂ ਦਲੀਲਾਂ ਦਾ ਕੋਈ ਜਵਾਬ ਨਹੀਂ ਸੀ। ਅਗਲੇ ਦਿਨ ਉਹਨੇ ਫਿਰ ਦਲੀਲਾਂ ਦਿੱਤੀਆਂ, ਫਿਰ ਉਹ ਖੜਾ ਹੋਇਆ, ਉਹਨੇ ਆਪਣਾ ਲੈਕਚਰ ਦਿੱਤਾ। ਉਸ ਲੈਕਚਰ ਦੇ ਅੰਦਰ ਉਹਨੇ ਇਹ ਸਿੱਧ ਕਰ ਦਿੱਤਾ ਵੀ ਪ੍ਰਮਾਤਮਾ ਨਹੀਂ ਹੈ।
ਬੜੀਆਂ ਦਲੀਲਾਂ ਦਿੱਤੀਆਂ। ਖਿਆਲ ਕਰਿਓ, ਜਿਹੜੇ ਲੋਕ ਪਹਿਲੇ ਦਿਨ ਇਸ ਗੱਲ ਤੇ ਤਾੜੀਆਂ ਮਾਰ ਰਹੇ ਸਨ ਵੀ ਪ੍ਰਮਾਤਮਾ ਹੈ, ਇਸ ਬੰਦੇ ਨੇ ਸਿੱਧ ਕਰ ਦਿੱਤਾ ਹੈ, ਅਗਲੇ ਦਿਨ ਉਹੀ ਲੋਕ, ਉਹੀ ਇਨਸਾਨ ਉਸ ਬੰਦੇ ਦੀਆਂ ਇਹਨਾਂ ਦਲੀਲਾਂ ਤੇ ਵੀ ਤਾੜੀਆਂ ਮਾਰ ਰਹੇ ਸਨ ਵੀ ਪ੍ਰਮਾਤਮਾ ਨਹੀਂ ਹੈ। ਪਰ ਖਿਆਲ ਕਰਿਓ, ਉਸ ਭਰੀ ਸਭਾ ਦੇ ਅੰਦਰ ਇੱਕ ਗੁਰਮੁਖ ਪਿਆਰਾ ਬੈਠਾ ਸੀ। ਉਹਨੇ ਉੱਠ ਕੇ ਇੱਕ ਸਵਾਲ ਕਰ ਦਿੱਤਾ, ਕਹਿਣ ਲੱਗਾ, ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹਨਾ। ਮੈਂ ਤੁਹਾਡੀਆਂ ਦਲੀਲਾਂ ਤੋਂ ਬੜਾ ਪ੍ਰਭਾਵਿਤ ਹੋਇਆ। ਤੁਸੀਂ 2 ਦਿਨ ਬਾ ਕਮਾਲ ਦੀਆਂ ਦਲੀਲਾਂ ਦਿੱਤੀਆਂ। ਤੁਸੀਂ ਸਿੱਧ ਕਰ ਦਿੱਤਾ ਪ੍ਰਮਾਤਮਾ ਹੈ, ਤੁਸੀਂ ਇਹ ਵੀ ਸਿੱਧ ਕਰ ਦਿੱਤਾ ਵੀ ਪ੍ਰਮਾਤਮਾ ਨਹੀਂ ਹੈ। ਪਰ ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਚਾਹਨਾ, ਮੈਨੂੰ ਉਹਦਾ ਜਵਾਬ ਚਾਹੀਦਾ। ਉਹ ਕਹਿੰਦਾ, ਪੁੱਛੋ। ਉਹ ਕਹਿੰਦਾ, ਜਵਾਬ ਸਵਾਲ ਇਹ ਹੈ ਵੀ ਤੁਹਾਨੂੰ ਪਤਾ ਹੈ ਵੀ ਤੁਹਾਡਾ ਪਿਤਾ ਕੌਣ ਹੈ? ਉਹ ਕਹਿਣ ਲੱਗਾ, ਜੀ ਇਹ ਵੀ ਕੋਈ ਜੋ ਸਵਾਲ ਹੈ? ਮੇਰੇ ਪਿਤਾ ਦਾ ਨਾਮ, ਉਹਨੇ ਆਪਣੇ ਪਿਤਾ ਦਾ ਨਾਮ ਦੱਸ ਦਿੱਤਾ। ਕਹਿਣ ਲੱਗੇ, ਨਹੀਂ ਤੁਹਾਡੇ ਕੋਲੋਂ ਕੀ ਦਲੀਲ ਹੈ ਵੀ ਇਹ ਤੁਹਾਡਾ ਪਿਤਾ ਹੈ? ਕਹਿਣ ਲੱਗੇ, ਮੇਰੇ ਕੋਲ ਸਭ ਤੋਂ ਵੱਡੀ ਦਲੀਲ ਮੇਰੀ ਮਾਂ ਹੈ। ਮੇਰੀ ਮਾਂ ਦਾ ਖਸਮ ਹੈ ਮੇਰਾ ਪਿਓ। ਮੇਰੀ ਮਾਂ ਨੂੰ ਪਤਾ ਹੈ, ਮੇਰੀ ਮਾਂ ਨੇ ਆਖਿਆ ਵੀ ਤੇਰਾ ਪਿਤਾ ਇਹ ਹੈ। ਮੇਰੇ ਕੋਲ ਸਭ ਤੋਂ ਵੱਡੀ ਦਲੀਲ ਮਾਂ ਹੈ। ਉਸ ਗੁਰਮੁਖ ਪਿਆਰੇ ਨੇ ਬੜੇ ਪਿਆਰੇ ਬਚਨ ਕਹੇ। ਉਹ ਕਹਿਣ ਲੱਗਾ, ਮੈਂ ਤੇਰੀ ਗੱਲ ਤੋਂ ਸਹਿਮਤ ਹਾਂ। ਤੇਰੀ ਮਾਂ ਨੇ ਤੈਨੂੰ ਆਖਿਆ, ਤੂੰ ਦਲੀਲ ਮੰਨ ਲਈ। ਤੇ ਸਾਡੀ ਮਾਂ ਤੇ ਸਾਡਾ ਪਿਤਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ, ਸਾਡੇ ਪਿਤਾ ਸਾਡੀ ਮਾਤਾ ਉਸ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਖਿਆ, ਉਹ ਹੈ ਸਰਬ ਵਿਆਪਕ ਹੈ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਮੇਰੇ ਸਤਿਗੁਰ ਕੀ ਪਾਵਨ ਬਾਣੀ ਦਾ ਬਚਨ ਹੈ, ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਮੇਰੇ ਸਤਿਗੁਰ ਦੀ ਪਾਵਨ ਬਾਣੀ ਦਾ ਉਪਦੇਸ਼ ਮੇਰੇ ਮਾਤਾ ਪਿਤਾ ਗੁਰੂ ਨਾਨਕ ਸਾਹਿਬ ਜੀ ਨੇ, ਉਹਨਾਂ ਨੇ ਦਲੀਲ ਦਿੱਤੀ ਤੇ ਅਸੀਂ ਉਹਦੀ ਦਲੀਲ ਨੂੰ ਮੰਨਿਆ। ਜਿਵੇਂ ਤੂੰ ਆਪਣੀ ਮਾਂ ਦੀ ਦਲੀਲ ਨੂੰ ਮੰਨਣਾ ਹੈ, ਉਵੇਂ ਅਸੀਂ ਆਪਣੇ ਪਿਤਾ ਦੀ ਦਲੀਲ ਨੂੰ ਮੰਨਦੇ ਹਾਂ। ਬਸ ਸਾਧ ਸੰਗਤ ਜੀ, ਜਦੋਂ ਇੰਨੀ ਕੁ ਗੱਲ ਸਮਝ ਆ ਗਈ, ਉਦੋਂ ਗੁਰੂ ਤੇ ਕਦੀ ਸ਼ੰਕਾ ਨਹੀਂ ਹੋਏਗਾ। ਉਦੋਂ ਜੀਵਨ ਦੇ ਹਰ ਪੰਧ ਵਿੱਚ ਸਤਿਗੁਰ ਦੇ ਚਰਨਾਂ ਦੇ ਵਿੱਚ ਅਰਦਾਸ ਕਰਾਂਗੇ, ਹੱਥ ਜੋੜ ਕੇ ਕਵਾਂਗੇ, ਦਾਤਾਰ ਪਿਤਾ, ਉਲਾਹ ਨੂੰ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਸਤਿਗੁਰ, ਮੈਂ ਤੁਹਾਡੇ ਹੁਕਮ ਨੂੰ ਪ੍ਰਵਾਨ ਕਰ ਲਿਆ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਜਿਹੜੇ ਰੱਬ ਦੇ ਪਿਆਰੇ ਸੰਤ ਜਨ ਨੇ, ਸਿਮਰੰਤ ਸੰਤ ਸਰਬੱਤਰ ਰਮਨੰ, ਸਰਬੱਤਰ ਦੇ ਅੰਦਰ ਰਮੇ ਹੋਏ। ਰਮਨੰ ਦਾ ਮਤਲਬ ਹੈ ਰਮਿਆ ਹੋਇਆ, ਵਿਰਾਜਮਾਨ, ਸਥਾਪਿਤ। ਉਹ ਜਿਹੜਾ ਪ੍ਰਮਾਤਮਾ ਹੈ, ਰੱਬ ਦੇ ਪਿਆਰੇ ਸੰਤ ਜਨ ਉਸ ਪਰਿਪੂਰਨ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ, ਉਸ ਮਾਲਕ ਨੂੰ ਯਾਦ ਕਰਦੇ ਨੇ। ਅਗ ਕਹਿੰਦੇ ਨੇ ਪਾਪ ਨੂੰ, ਨਾਸ਼ਨ ਦਾ ਮਤਲਬ ਹੈ ਨਾਸ਼ ਕਰ ਦੇਣਾ। ਉਹ ਆਪਣੇ ਅੰਦਰ ਦੇ ਪਾਪਾਂ ਦਾ ਨਾਸ਼ ਕਰ ਲੈਂਦੇ ਨੇ। ਪਾਪ ਇਸ ਸਿਮਰਨ ਦੇ ਨਾਲ, ਨਾਮ ਦੇ ਨਾਲ, ਉਹਨਾਂ ਦੇ ਅੰਦਰ ਦੇ ਪਾਪ ਜਿਹੜੇ ਨੇ ਉਹ ਨਾਸ਼ ਹੋ ਜਾਂਦੇ ਨੇ। ਕਿਵੇਂ ਨਾਸ਼ ਹੁੰਦੇ ਨੇ ਪਾਪ? ਸਾਧ ਸੰਗਤ, ਅਸੀਂ ਬੜੀ ਵਾਰੀ ਸੋਚਨੇ ਹਾਂ, ਪਰ ਅਸੀਂ ਕਹਿੰਦੇ ਹਾਂ ਵੀ ਸਾਡੇ ਅੰਦਰ ਦੇ ਪਾਪ ਨਾਸ਼ ਨਹੀਂ ਹੁੰਦੇ, ਕੀ ਕਰੀਏ? ਅਸਲ ਵਿੱਚ ਸਾਧ ਸੰਗਤ, ਕੋਈ ਚੀਜ਼ ਉਦੋਂ ਨਾਸ਼ ਹੁੰਦੀ ਆ, ਹੋਂਦ ਵਿੱਚ ਆਉਂਦੀ ਹੈ। ਨਾਸ਼ ਉਦੋਂ ਤੁਸੀਂ ਕਰ ਸਕਦੇ ਹੋ ਜਦੋਂ ਤੁਹਾਨੂੰ ਪਤਾ ਲੱਗੇਗਾ ਵੀ ਤੁਹਾਡੇ ਅੰਦਰ ਉਹ ਹੈ ਕਿਹੜੀ ਥਾਂ ਤੇ। ਜਿੱਦਣ ਪਤਾ ਲੱਗ ਜਾਏਗਾ ਵੀ ਪਾਪ ਕਿਹੜੀ ਥਾਂ ਤੇ ਨੇ, ਖਿਆਲ ਕਰਿਓ, ਉਦੋਂ ਉਹ ਨਾਸ਼ ਵੀ ਹੋ ਜਾਣਗੇ। ਅਸੀਂ ਪਾਪਾਂ ਨੂੰ ਵੇਖਣਾ ਨਹੀਂ ਚਾਹੁੰਦੇ, ਪਰ ਚਾਹੁੰਦੇ ਹਾਂ ਵੀ ਖਤਮ ਹੋ ਜਾਣ। ਜਿੰਨੀ ਦੇਰ ਤੱਕ ਵੇਖੋਗੇ ਨਹੀਂ ਸਾਧ ਸੰਗਤ, ਖਤਮ ਕਿਵੇਂ ਕਰੋਗੇ? ਪਹਿਲਾਂ ਤੇ ਤੁਹਾਨੂੰ ਗੁਰੂ ਕੀ ਬਾਣੀ ਨਾਲ ਵੇਖਣਾ ਪਏਗਾ, ਅੰਮ੍ਰਿਤ ਬਚਨਾਂ ਨਾਲ, ਕਿ ਮੇਰੇ ਨਾ ਨੇਤਰਾਂ ਦੇ ਅੰਦਰ ਵੀ ਪਾਪ ਹੈ ਜਦੋਂ ਇਹ ਮਾੜਾ ਵੇਖਦੇ ਨੇ, ਮੇਰੇ ਨਾ ਕੰਨਾਂ ਦੇ ਅੰਦਰ ਵੀ ਪਾਪ ਹੈ ਜਦੋਂ ਇਹ ਮਾੜਾ ਸੁਣਦੇ ਨੇ, ਮੇਰੀ ਇਸ ਜੀਭਾ ਦੇ ਅੰਦਰ ਵੀ ਪਾਪ ਹੈ ਜਦੋਂ ਕਿਸੇ ਦੀ ਨਿੰਦਾ, ਉਸਤਤ, ਚੁਗਲੀ ਕਰਦੀ ਹੈ, ਮੇਰੇ ਕਰਮ ਇੰਦਰੇ, ਗਿਆਨ ਇੰਦਰੀਆਂ ਦੇ ਅੰਦਰ ਪਾਪ ਹੈ ਜਦੋਂ ਮਾੜੇ ਕਰਮਾਂ ਵੱਲ ਜਾਂਦੇ ਨੇ। ਜਿੱਦਣ ਪਾਪ ਨਜ਼ਰ ਆ ਗਏ, ਸੱਚ ਜਾਣੇ, ਉਦੋਂ ਗੁਰੂ ਕੀ ਬਾਣੀ ਨਾਲੇ ਦੂਰ ਵੀ ਹੋ ਜਾਣਗੇ। ਅਸੀਂ ਵੇਖਣਾ ਹੀ ਨਹੀਂ ਚਾਹੁੰਦੇ। ਸੱਚ ਹੈ ਗੁਰਮਖੋ, ਦੁਕਾਨ ਤੇ ਬੈਠਾ ਹੋਇਆ ਬੰਦਾ ਬੜੀਆਂ ਚਲਾਕੀਆਂ ਵਰਤ ਕੇ ਲੋਕਾਂ ਨੂੰ ਜਿਹੜੀ ਚੀਜ਼ 10 ਰੁਪਏ ਵਾਲੀ ਉਹਨੂੰ 1000 ਵਿੱਚ ਵੀ ਵੇਚ ਦਿੰਦਾ ਹੈ, ਪਰ ਉਹਨੂੰ ਪਤਾ ਨਹੀਂ ਇਹ 10 ਦੀ ਤੇ ਇਹ ਮੇਰੀ ਲਾਗਤ ਕੱਢ ਕੇ ਵੀ ਮੈਂ ਵੇਚਾਂ ਤੇ 20 ਦੀ ਵੇਚ ਲਵਾਂ। ਪਰ ਸੱਚ ਹੈ, ਉਹ ਆਪਣੇ ਅੰਦਰ ਦੇ ਪਾਪ ਨਹੀਂ ਵੇਖਣਾ ਚਾਹੁੰਦਾ। ਉਂਝ ਉਹਨੇ ਗੁਟਕਾ ਸੁਖਮਨੀ ਸਾਹਿਬ ਜੀ ਦਾ ਹੱਥ ਵਿੱਚ ਫੜਿਆ ਤੇ ਸਾਰਾ ਦਿਨ ਪਾਠ ਵੀ ਕਰਦਾ ਹੈ, ਲੋਕਾਂ ਨੂੰ ਭੁਲੇਖਾ ਪਾਉਣ ਲਈ ਵੀ ਹਾਂ ਇਹਦੇ ਵਰਗਾ ਧਰਮੀਸ ਕੋਈ ਨਹੀਂ, ਬਸ ਮੇਰੇ ਵਰਗਾ ਗਰੀਬੜਾ ਬੰਦਾ ਕੋਈ ਵੇਖਦਾ ਹੈ, ਉਹਦੇ ਹੱਥ ਵਿੱਚ ਫੜੇ ਹੋਏ ਗੁਟਕੇ ਨੂੰ ਤੇ ਉਹਦੇ ਕੋਲੋਂ ਚਲਾ ਜਾਂਦਾ ਹੈ। ਪਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਓਏ ਹਰ ਕੇ ਸੰਤ ਨਾ ਆਖੀਐ,
ਬਾਨਾਰਸ ਕੇ ਠੱਗ ਹੋ ਸਕਦਾ ਉਹ ਬੜਾ ਵੱਡਾ ਠੱਗ ਹੋਵੇ। ਪਾਤਸ਼ਾਹ ਜੀ ਕਹਿੰਦੇ ਨੇ ਪਰਮਾਤਮਾ ਦੇ ਸੇਵਕ ਉਸ ਮਾਲਕ ਦਾ ਸਿਮਰਨ ਕਰਕੇ ਆਪਣੇ ਅੰਦਰ ਦੇ ਪਾਪਾਂ ਨੂੰ ਮੁਕਾ ਲੈਂਦੇ ਨੇ, ਕਿਉਂਕਿ ਉਹਨਾਂ ਨੂੰ ਨਜ਼ਰ ਆ ਗਏ ਕਿ ਸਾਡੇ ਅੰਦਰ ਪਾਪ ਕਿੱਥੇ ਨੇ, ਅਵਗੁਣ ਕਿੱਥੇ ਨੇ। ਫਿਰ ਪਾਤਸ਼ਾਹ ਕਹਿੰਦੇ ਨੇ ਪੇਖਨ ਸੁਣਨ ਸੁਣਾਵਣੋ ਮਨ ਮੈਂ ਦ੍ਰਿੜੀਐ ਸਾਚ। ਪਾਤਸ਼ਾਹ ਕਹਿੰਦੇ ਨੇ ਵੇਖ ਉਸ ਸੱਚ ਨੂੰ ਆਪਣੇ ਅੰਦਰ ਦ੍ਰਿੜ ਕਰ। ਦ੍ਰਿੜ ਕਰਨ ਦਾ ਮਤਲਬ ਹੁੰਦਾ ਹੈ ਪੱਕਾ ਕਰਨਾ। ਸਾਧ ਸੰਗਤ ਸਿਰਫ ਪੜ੍ਹਨਾ ਗੁਣਨਾ ਵਿਚਾਰਨਾ ਇਹ ਗੱਲਾਂ ਨਹੀਂ, ਉਹਨੂੰ ਪਰਪੱਕ ਕਰਨਾ ਬੜਾ ਜ਼ਰੂਰੀ ਹੈ। ਜੋ ਪੜ੍ਹ ਰਹੇ ਹਾਂ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਸਾਨੂੰ ਬੜੇ ਸਾਲ ਹੋ ਗਏ ਨੇ, ਪਰ ਸੱਚ ਇਹ ਅਸਰ ਕਿਉਂ ਨਹੀਂ, ਕਿਉਂਕਿ ਅਸੀਂ ਉਹਨੂੰ ਦ੍ਰਿੜ ਨਹੀਂ ਕੀਤਾ ਆਪਣੇ ਅੰਦਰ। ਜਿਦਨ ਅੰਦਰ ਪਰਪੱਕ ਕਰ ਲਵਾਂਗੇ, ਦ੍ਰਿੜ ਕਰ ਲਵਾਂਗੇ, ਉਹ ਦਿਨ ਗੁਰੂ ਕੀ ਬਾਣੀ ਸਾਡੇ ਤੇ ਅਸਰ ਕਰੇਗੀ। ਇੰਨਾ ਅਸਰ ਕਰੇਗੀ ਫਿਰ ਮਨ ਭਟਕੇਗਾ ਹੀ ਨਹੀਂ, ਮਨ ਹੋਰ ਕਿਸੇ ਪਾਸੇ ਜਾਏਗਾ ਹੀ ਨਹੀਂ। ਬਸ ਸਾਡੀ ਪਕੜ ਮਜ਼ਬੂਤ ਨਹੀਂ ਹੈ। ਜੇ ਪਕੜ ਮਜ਼ਬੂਤ ਕਰਨੀ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਉਹਨੂੰ ਵੇਖਣਾ ਵੀ ਹੈ, ਧਿਆਨ ਦੇਣਾ, ਉਹਨੂੰ ਸੁਣਨਾ ਵੀ ਹੈ, ਸੁਣਾਉਣਾ ਵੀ ਹੈ। ਪਰ ਪਾਤਸ਼ਾਹ ਕਹਿੰਦੇ ਨੇ ਵੇਖ ਜਿਨ੍ਹਾਂ ਨੇ ਆਪਣੇ ਅੰਦਰ ਸੱਚ ਦ੍ਰਿੜ ਕਰ ਲਿਆ, ਮਨ ਮੈਂ ਦ੍ਰਿੜੀਐ ਸਾਚ, ਉਹਨਾਂ ਨੂੰ ਸਮਝ ਆ ਗਈ ਕਿ ਵੇਖਣ ਵਾਲਾ ਵੀ ਉਹ ਆਪ ਹੈ, ਸੁਣਨ ਵਾਲਾ ਵੀ ਉਹ ਆਪ ਹੈ, ਤੇ ਪਾਤਸ਼ਾਹ ਜੀ ਕਹਿੰਦੇ ਨੇ ਸੁਣਾਉਣ ਵਾਲਾ ਵੀ ਉਹ ਆਪ ਹੈ। ਪਾਪ ਵੇਖਣ ਵਾਲੇ ਦੇ ਅੰਦਰ ਵੀ ਉਹ ਬੈਠਾ ਹੈ, ਸੁਣਨ ਵਾਲੇ ਦੇ ਅੰਦਰ ਵੀ ਉਹ ਆਪ ਹੈ, ਤੇ ਜਿਹੜਾ ਸੁਣਾ ਰਿਹਾ ਹੈ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦੇ ਅੰਦਰ ਵੀ ਆਪ ਹੈ। ਵੇਖੋ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ ਬਾਣੀ ਵਿੱਚ, ਸ਼ਬਦ ਸ਼ੁਰੂ ਹੁੰਦਾ ਹੈ ਸੇਵਕ ਸਿੱਖ ਪੂਜਨ ਸਭ ਆਵੇਂ ਸਭ ਗਾਵੇਂ ਹਰ ਹਰ ਊਤਮ ਬਾਣੀ। ਇਸੇ ਪਾਵਨ ਸ਼ਬਦ ਦੀ ਅਖੀਰਲੀ ਪੰਕਤੀ ਆਪੇ ਗੁਰ ਚੇਲਾ ਹੈ ਆਪੇ, ਆਪੇ ਹਰ ਪ੍ਰਭ ਚੋਜ ਵਿਡਾਣੀ, ਜਨ ਨਾਨਕ ਆਪ ਮਿਲਾਏ ਸੋਈ ਹਰ ਮਿਲਸੀ, ਅਵਰ ਸਭ ਤਿਆਗ ਓਹਾ ਹਰ ਪਾਣੀ। ਜਦੋਂ ਸਮਝ ਆ ਗਈ ਮੈਂ ਸੁਣਨ ਵਾਲਾ ਤੇ ਸੁਣਾਉਣ ਵਾਲੇ ਦੇ ਅੰਦਰ, ਜਿਹੜਾ ਮੈਨੂੰ ਸੁਣਾ ਰਿਹਾ ਉਹਦੇ ਅੰਦਰ ਵੀ ਉਹ ਆਪ ਹੈ, ਬਸ ਵੇਖਣਾ ਹੀ ਔਖਾ ਹੈ। ਸਾਧ ਸੰਗਤ ਜਿਦਨ ਨਜ਼ਰ ਆ ਜਾਂਦਾ ਨਾ, ਮੇਰੇ ਸਤਿਗੁਰ ਕਹਿੰਦੇ ਨੇ ਉਹ ਦਿਨ ਸੱਚ ਸਮਝ ਲਓ ਦ੍ਰਿੜ ਹੋ ਕੇ ਪਰਪੱਕ ਕਰ ਲੈਂਦੇ ਨੇ ਰੱਬ ਦੇ ਪਿਆਰੇ ਆਪਣੇ ਅੰਦਰ ਇਸ ਸੱਚ ਨੂੰ ਕਿ ਸੁਣਨ ਵਾਲਾ ਵੀ ਉਹ ਹੈ, ਸੁਣਾਉਣ ਵਾਲਾ ਵੀ ਉਹ ਹੈ, ਤੇ ਵੇਖਣ ਵਾਲਾ ਵੀ ਉਹ ਹੈ। ਪੇਖਨ ਸੁਣਨ ਸੁਣਾਵਨੋ ਮਨ ਮੈਂ ਦ੍ਰਿੜੀਐ ਸਾਚ, ਪੂਰ ਰਹਿਓ ਸਰਬਤਰ ਮੈਂ। ਸਰਬਤਰ ਦਾ ਮਤਲਬ ਹੈ ਸਾਰੀ ਕਾਇਨਾਤ ਦੇ ਅੰਦਰ, ਉਹ ਸਾਰਿਆਂ ਦੇ ਅੰਦਰ ਪੂਰ ਰਹਿਓ, ਪੂਰਨ ਤੌਰ ਤੇ ਵਿਰਾਜਮਾਨ ਹੈ, ਰਮਿਆ ਹੋਇਆ ਹੈ। ਨਾਨਕ ਹਰ ਰੰਗ ਰਾਜ ਹੈ, ਨਾਨਕ ਜੀ ਸਦਾ ਉਹਦੇ ਪਿਆਰ ਦੇ ਵਿੱਚ ਉਹਦੇ ਚਰਨਾਂ ਦੇ ਨਾਲ ਜੁੜਿਆ ਰਹੇ। ਉਹ ਸਾਰਿਆਂ ਦੇ ਅੰਦਰ ਇੱਕ ਰਸ ਟਿਕਿਆ ਹੋਇਆ ਹੈ, ਸਦਾ ਉਹਦੇ ਗੁਣਾਂ ਨਾਲ ਜੁੜ ਹਰ ਏਕ ਨਿਰੰਜਨ ਗਾਈਐ। ਪੌੜੀ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਜੈਤ ਸਰੀਕੀ ਵਾਰ ਦੀ ਪਹਿਲੀ ਪੌੜੀ। ਸਭ ਕਹਿੰਦੇ ਨੇ ਉਹ ਇੱਕ ਨਿਰੰਜਨ ਹੈ ਜਿਹਨੂੰ ਕੋਈ ਮੈਲ ਨਹੀਂ। ਉਹਨੇ ਜਿੰਨੀ ਕਾਇਨਾਤ ਬਣਾਈ ਹੈ ਇਹ ਸਭ ਮਾਇਆ ਦੇ ਪ੍ਰਭਾਵ ਦੇ ਅਧੀਨ ਹੈ। ਜਿਹੜਾ ਸਮਝ ਲੈਂਦਾ ਸੱਚ ਨਾਲ ਜੁੜ ਜਾਂਦਾ ਹੈ, ਜਿਹਨੂੰ ਨਹੀਂ ਸਮਝ ਆਉਂਦੀ ਉਹ ਸਾਰੀ ਜ਼ਿੰਦਗੀ ਇਸ ਮੈਲ ਦੇ ਨਾਲ ਲੱਥ-ਪੱਥ ਰਹਿੰਦਾ ਹੈ। ਉਹ ਤਾਂ ਹੀ ਇਹ ਮੈਲ ਦੂਰ ਹੋਏਗੀ। ਸਭ ਕਹਿੰਦੇ ਨੇ ਜਿੱਦਨ ਉਹਨੂੰ ਸੱਚ ਨੂੰ ਦ੍ਰਿੜ ਕਰ ਲਏਗਾ ਫਿਰ ਸਮਝ ਆ ਜਾਏਗੀ ਵੇਖਣ ਵਾਲਾ ਵੀ, ਸੁਣਨ ਵਾਲਾ ਤੇ ਸੁਣਾਉਣ ਵਾਲਾ ਉਹ ਆਪ ਹੈ। ਅਜੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਹਰ ਏਕ ਨਿਰੰਜਨ ਗਾਈਐ ਭਾਈ, ਉਸ ਇੱਕ ਮਾਲਕ ਨੂੰ ਚੇਤੇ ਕਰ ਸਭ ਅੰਤਰ ਸੋਈ, ਜਿਹੜਾ ਸਾਰਿਆਂ ਦੇ ਅੰਦਰ ਇੱਕ ਰਸ ਵਿਆਪਕ ਹੈ। ਕਰਨ ਕਾਰਨ ਸਮਰੱਥ ਪ੍ਰਭ, ਉਹ ਮੇਰਾ ਮਾਲਕ ਕਰਨ ਤੇ ਕਾਰਨ ਦੇ ਸਮਰੱਥ ਹੈ। ਧਿਆਨ ਦੇਣਾ ਸਾਧ ਸੰਗਤ, ਅਸੀਂ ਕਿਸੇ ਚੀਜ਼ ਨੂੰ ਕਰਦੇ ਹਾਂ ਪਰ ਧਿਆਨ ਦੇਣਾ ਕਰਨਾ ਸਾਡਾ ਕਰਮ ਹੈ, ਪਰ ਪਾਤਸ਼ਾਹ ਜੀ ਕਹਿੰਦੇ ਨੇ ਕਾਰਨ ਪੈਦਾ ਕਰਨਾ ਉਹ ਸਾਡਾ ਕਰਮ ਨਹੀਂ ਹੈ। ਕਾਰਨ ਕੋਈ ਹੋਰ ਪੈਦਾ ਕਰਦਾ ਹੈ ਤੇ ਕਰਦਾ ਕੋਈ ਹੋਰ ਇਸ ਸੰਸਾਰ ਦੇ ਅੰਦਰ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਇਸੇ ਕਰਕੇ ਕਹਿ ਰਹੇ ਨੇ ਵੀ ਕਰਨ ਕਾਰਨ ਸਮਰੱਥ ਹੈ। ਉਹ ਪ੍ਰਮਾਤਮਾ ਕਰਨ ਤੇ ਕਾਰਨ ਦੇ ਸਮਰੱਥ ਹੈ, ਭਾਵ ਉਹ ਕਰਨ ਵਾਲਾ ਵੀ ਆਪ ਹੈ ਤੇ ਕਾਰਨ ਵੀ ਆਪ ਹੈ। ਉਹ ਕਾਰਨ ਵੀ ਆਪ ਹੈ ਜਿਸ ਚੀਜ਼ ਨੂੰ ਕਰ ਰਿਹਾ ਹੈ, ਤੇ ਉਹ ਕਰਨ ਵਾਲਾ ਵੀ ਆਪ ਹੈ। ਇਹ ਉਹਦੇ ਹੱਥ ਵਿੱਚ, ਉਹਦੀ ਸਮਰੱਥਾ ਹੈ, ਉਹਦੀ ਵਡਿਆਈ ਹੈ। ਦਾਤਾਰ ਪਿਤਾ ਕਹਿੰਦੇ ਨੇ ਕਰਨ ਕਾਰਨ ਸਮਰੱਥ ਹੈ ਪ੍ਰਭ, ਜੋ ਕਰੇ ਸੋ ਹੋਈ। ਉਹ ਜੋ ਕਰਦਾ ਹੈ ਸਤਿਗੁਰੂ ਕਹਿੰਦੇ ਨੇ ਹੁੰਦਾ ਹੈ, ਕਿਉਂਕਿ ਉਹਦਾ ਹੁਕਮ ਹੈ। ਇਹ ਸ੍ਰਿਸ਼ਟੀ ਉਹਦੇ ਇੱਕ ਨਿਆਂ ਦੇ ਵਿੱਚ ਬੱਝੀ ਹੋਈ ਹੈ, ਉਹਦੇ ਹੁਕਮ ਤੋਂ ਬਾਹਰ ਨਹੀਂ। ਜਿਵੇਂ ਉਹ ਚਲਾਉਂਦਾ ਇਸ ਮੇਦਨੀ ਨੂੰ ਉਵੇਂ ਚੱਲਦੀ ਹੈ। ਧਿਆਨ ਦੇਣਾ, ਜਿਹੜਾ ਉਹਦੇ ਨਿਯਮ ਤੋਂ ਬਾਹਰ ਕਰਮ ਕਰਦਾ ਹੈ ਉਸ ਬੰਦੇ ਨੂੰ ਉਸ ਨਿਯਮ ਤੋਂ ਬਾਹਰ ਕੀਤੇ ਹੋਏ ਕਰਮ ਦੀ ਸਜ਼ਾ ਮਿਲਦੀ ਹੈ। ਉਹ ਸਜ਼ਾ ਕਿਸੇ ਰੂਪ ਵਿੱਚ ਵੀ ਹੋ ਸਕਦੀ ਹੈ।
ਉਹ ਸਜ਼ਾ ਦਾ ਕੋਈ ਖਾਸ ਕਿਸਮ ਨਿਰਧਾਰਤ ਨਹੀਂ ਹੈ, ਪਰ ਪਾਤਸ਼ਾਹ ਕਹਿੰਦੇ ਨੇ ਉਹ ਕਰਤਾ ਜਾਣਦਾ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਉਹ ਕਰਨ ਤੇ ਕਾਰਨ ਦੇ ਸਮਰੱਥ ਹੈ। ਪ੍ਰਭ ਜੋ ਕਰੇ ਸੋ ਹੋਈ, ਖਿਨ ਮੈਂ ਥਾਪ ਉਹ ਥਾਪਦਾ, ਉਹ ਖਿਨ ਵਿੱਚ ਬਣਾ ਵੀ ਦਿੰਦਾ ਹੈ। ਥਾਪ ਦਾ ਮਤਲਬ ਹੈ ਥਾਪਣਾ, ਬਣਾਉਣਾ। ਉਹ ਥਾਪ ਦਾ ਮਤਲਬ ਹੈ ਢਾਹ ਦੇਣਾ। ਉਹ ਖਿਨ ਵਿੱਚ ਬਣਾ ਵੀ ਦਿੰਦਾ ਹੈ ਤੇ ਖਿਨ ਵਿੱਚ ਢਾਹ ਵੀ ਦਿੰਦਾ ਹੈ। ਤਿਸ ਬਿਨ ਨਹੀਂ ਕੋਈ, ਉਹਦੇ ਤੋਂ ਬਿਨਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਕੋਈ ਦੂਜਾ ਕਰਨ ਵਾਲਾ ਨਹੀਂ। ਖੰਡ, ਬ੍ਰਹਿਮੰਡ, ਪਾਤਾਲ, ਦੀਪ, ਰਵਿਆ ਸਭ ਲੋਈ। ਸਭ ਕਹਿੰਦੇ ਨੇ ਖੰਡਾਂ ਵਿੱਚ, ਬ੍ਰਹਿਮੰਡਾਂ ਵਿੱਚ, ਪਾਤਾਲਾਂ ਵਿੱਚ। ਦੀਪ ਦਾ ਮਤਲਬ ਹੈ ਜਿਹੜੇ ਟਾਪੂ ਨੇ, ਪਾਤਾਲ ਧਰਤੀ ਤੋਂ ਥੱਲੇ, ਦੀਪ ਟਾਪੂ, ਜਿਹੜੇ ਛੋਟੇ ਛੋਟੇ ਟਾਪੂ ਸਮੁੰਦਰਾਂ ਦੇ ਕਿਨਾਰੇ ਤੇ ਉਹਨਾਂ ਨੂੰ ਦੀਪ ਆਖਿਆ ਜਾਂਦਾ ਹੈ। ਸਭ ਕਹਿੰਦੇ ਨੇ ਇਹ ਸਭ ਜਗ੍ਹਾ ਤੇ ਰਵਿਆ ਸਭ ਲੋਈ, ਉਹ ਕਰਤਾ ਆਪ ਸੁਭਾਏਮਾਨ ਹੈ ਹਰ ਜਗ੍ਹਾ ਤੇ। ਖਿਆਲ ਕਰਿਓ ਬੰਦੇ ਦੇ ਰੂਪ ਰੰਗ ਵੱਖਰੇ ਵੱਖਰੇ ਹੋ ਸਕਦੇ ਨੇ, ਬੋਲ ਚਾਲ ਵੱਖੋ ਵੱਖਰੇ ਹੋ ਸਕਦੇ ਨੇ, ਪਰ ਖਿਆਲ ਕਰਿਓ ਹਰ ਇੱਕ ਥਾਂ ਤੇ ਵਸਣ ਵਾਲਾ ਇਨਸਾਨ, ਉਹਨੂੰ ਇੱਕੋ ਤਰ੍ਹਾਂ ਦੀ ਭੁੱਖ ਲੱਗਦੀ ਹੈ, ਇੱਕੋ ਤਰ੍ਹਾਂ ਦੀ ਪਿਆਸ ਲੱਗਦੀ ਹੈ, ਇੱਕੋ ਤਰ੍ਹਾਂ ਦੀ ਵੇਖਣ ਦੀ, ਸੁਣਨ ਦੀ, ਵਿਚਾਰਨ ਦੀ ਸਮਰੱਥਾ ਉਸ ਕਰਤੇ ਨੇ ਦਿੱਤੀ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਸਭ ਜਗ੍ਹਾ ਤੇ ਵਿਰਾਜਮਾਨ ਹੈ। ਖੰਡਾਂ, ਬ੍ਰਹਿਮੰਡਾਂ, ਪਾਤਾਲਾਂ, ਦੀਪਾਂ, ਲੋਹਾਂ ਦੇ ਅੰਦਰ ਹਰ ਥਾਂ ਤੇ ਉਹ ਹੈ। ਜਿਸ ਆਪ ਬੁਝਾਏ ਸੋ ਬੁਝ ਸੀ ਨਿਰਮਲ ਜਨ ਸੋਈ, ਜਿਹਨੂੰ ਕਰਤਾ ਸੂਝ ਦਿੰਦਾ ਹੈ। ਧਿਆਨ ਦੇਣਾ ਦਾ ਮਤਲਬ ਇਹ ਨਹੀਂ ਪਰਮਾਤਮਾ ਨੇ ਕੋਈ ਛੜੀ ਰੱਖ ਕੇ ਸਾਨੂੰ ਸੂਝ ਦੇ ਦੇਣੀ, ਨਹੀਂ। ਸੂਝ ਦੇਣ ਦਾ ਮਤਲਬ ਹੈ ਜਿਹੜਾ ਉਹਦੇ ਨੇੜੇ ਹੋ ਜਾਂਦਾ ਹੈ, ਜਿਹੜਾ ਉਹਦੀ ਇਸ ਵਿਆਪਕਤਾ ਨੂੰ ਸਮਝਣ ਦਾ ਯਤਨ ਕਰਦਾ ਹੈ। ਹੈਣ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ। ਬੜਾ ਔਖਾ ਹੈ ਸਾਧ ਸੰਗਤ, ਪਰ ਸਤਿਗੁਰ ਕਹਿੰਦੇ ਨੇ ਜਿਨ੍ਹਾਂ ਨੂੰ ਉਸ ਪਰਮਾਤਮਾ ਦੀ ਸਰਵ ਵਿਆਪਕਤਾ ਦੀ ਸਮਝ ਆ ਜਾਂਦੀ ਹੈ, ਕਿਉਂਕਿ ਧਰਮ ਦੀ ਦੁਨੀਆ ਦੇ ਅੰਦਰ ਸਮਝਣ ਵਾਲੇ ਘੱਟ ਨੇ ਤੇ ਪਖੰਡ ਕਰਨ ਵਾਲਿਆਂ ਦੀ ਗਿਣਤੀ ਬਹੁਤ ਹੈ। ਪਖੰਡ ਕਰਨ ਵਾਲਿਆਂ ਦੀ ਗਿਣਤੀ ਬਹੁਤਾਤ ਵਿੱਚ ਹੈ, ਪਰ ਸਮਝਣ ਵਾਲਿਆਂ ਦੀ ਗਿਣਤੀ ਬੜੀ ਥੋੜੀ ਹੈ। ਇਸੇ ਕਰਕੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿਸ ਆਪ ਬੁਝਾਏ, ਜਿਹੜਾ ਉਹਦੇ ਗੁਣਾਂ ਨਾਲ ਜੁੜ ਕੇ ਉਹਦੀ ਸਰਵ ਵਿਆਪਕਤਾ ਨੂੰ ਸਮਝ ਲੈ, ਜਾਣ ਲੈ ਉਹ ਪਰਮਾਤਮਾ ਕੀ ਹਸਤੀ ਹੈ, ਫਿਰ ਪਾਤਸ਼ਾਹ ਕਹਿੰਦੇ ਨੇ ਸੋ ਬੁਝ ਸੀ, ਉਹਨੂੰ ਸਮਝ ਆ ਜਾਂਦੀ ਹੈ। ਜੇ ਨਿਰਮਲ ਜਨ ਸੋਈ, ਉਹ ਜਿਹੜਾ ਜਨ ਹੈ ਉਹਦੀ ਫਿਰ ਸੋਈ ਭਾਵ ਰਹਿਤ ਜਿਹੜੀ ਹੈ, ਪਾਤਸ਼ਾਹ ਕਹਿੰਦੇ ਨੇ ਉਹ ਬੜੀ ਨਿਰਮਲ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ। ਉਹਦੀ ਰਹਿਤ ਦੇ ਅੰਦਰ, ਉਹਦੀ ਜੀਵਨ ਜੁਗਤ ਦੇ ਅੰਦਰ ਵਲ ਛਲ ਨਹੀਂ ਹੁੰਦਾ, ਮੇਰ ਤੇਰ ਨਹੀਂ ਹੁੰਦੀ, ਕੂੜ ਨਹੀਂ ਹੁੰਦਾ, ਝੂਠ ਨਹੀਂ ਹੁੰਦਾ, ਵਿਕਾਰ ਨਹੀਂ ਹੁੰਦੇ। ਉਹਦੀ ਰਹਿਤ ਬੜੀ ਨਿਰਮਲ ਹੋ ਜਾਂਦੀ ਹੈ। ਉਹਦੇ ਜੀਵਨ ਦਾ ਹਰ ਕਰਮ ਉਸ ਕਰਤੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੁੰਦਾ ਹੈ। ਉਹ ਆਪਣੇ ਜੀਵਨ ਦੀ ਰਹਿਣੀ ਬਹਿਣੀ ਕਰਤੇ ਦੇ ਹੁਕਮ ਵਿੱਚ ਪਰਮਾਤਮਾ ਦੀ ਰਜ਼ਾ ਦੇ ਅਨੁਸਾਰ ਕਰਦਾ ਹੈ। ਇਸੇ ਕਰਕੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹ ਸਰਵ ਵਿਆਪਕ ਪਰਮਾਤਮਾ ਨੂੰ ਰੱਬ ਦੇ ਪਿਆਰੇ ਸੰਤ ਜਨ ਸਦਾ ਹੀ ਸਿਮਰਦੇ ਨੇ, ਕਿਉਂਕਿ ਉਹਨਾਂ ਨੂੰ ਸਮਝ ਆ ਗਈ ਹੈ ਉਹ ਸ੍ਰਿਸ਼ਟੀ ਦੇ ਮੁੱਢ ਤੋਂ ਲੈ ਕੇ ਸਰਬ ਵਿਆਪਕ ਹੈ, ਅੱਜ ਵੀ ਹੈ ਤੇ ਅੰਤ ਵਿੱਚ ਵੀ ਰਹੇਗਾ। ਮੈਂ ਫਿਰ ਬੇਨਤੀ ਕਰਦੇ ਹਾਂ ਸਾਧ ਸੰਗਤ, ਇਹ ਭੁਲੇਖਾ ਨਾ ਰੱਖੀਏ ਵੀ ਇਹ ਸ਼ਬਦ ਤੇ ਗੁਰਬਾਣੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਮੱਧ ਹੈ। ਇਹ ਸਿਰਫ ਸਾਡੇ ਮਨ ਦੇ ਭੁਲੇਖੇ ਨੇ, ਭਰਮ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਇਸ ਪਹਿਲੇ ਸ਼ਬਦ ਪੌੜੀ ਦੀ ਵਿਚਾਰ ਸਤਿਗੁਰੂ ਜੀ ਸਾਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ। ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ, ਕਰੋ ਕਿਰਪਾ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ